बहुत ही सत्कारयोग गुरु रूप गुरु सारे खालसा जी। आओ सब तो पहला गुरु पातशाह की बख्शिश पवित्र फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। अब बेशक के मेरे वर्गे व्यक्ति का राजनीति के नाल भावें कोई संबंध ना होवे, पर फिर भी जदों चलंत मसलियां दे उपर जां किसी ना किसी सियासी वर्तारे दे उपर किसी राजसी धिर नूं लैके जां किसी भी इस वोट तंत्र दे विच शमूलीयत कर रही जथेबंदी दे बारे कोई गलबात की जाती है तो एक धिर दे प्रति जेकर सच ही कोई कह सकते हो कि मैं ये नहीं कह सकता कि उहदे विच उहदे उपर इल्जाम लगाया जाता है, बल्कि सिर्फ जो लोकां दे विच उस राजनीतिक धिर जिहड़ी कि इलैक्शन जां वोट तंत्र का हिस्सा है उहदे प्रति जो लोकां दीयां भावनावां हुंदियां ने जां लोकां तो कह सकते हो कि लोकां नूं उन्हां तो एक उम्मीद हुंदी है जां फिर लोकां दे विच किस गल तो निराशता हुंदी है, ਜਦੋਂ ਉਹਦੇ ਬਾਰੇ ਕਿਸੇ ਨਾ ਕਿਸੇ ਗੱਲ ਨੂੰ ਸਾਂਝਾ ਕੀਤਾ ਜਾਂਦਾ ਤਾਂ ਅਕਸਰ ਜੇਕਰ ਅਕਾਲੀ ਦਲ ਦੇ ਬਾਰੇ ਕੋਈ ਗੱਲ ਕਰੋ ਤੇ ਜਿਹੜੇ ਅਕਾਲੀ ਦਲ ਦੇ ਵੀਰ ਨੇ ਉਸੇ ਵੇਲੇ ਫਤਵਾ ਜਾਰੀ ਕਰ ਦਿੰਦੇ ਨੇ ਜੀ ਇਹ ਤਾਂ ਕਾਂਗਰਸ ਦੇ ਏਜੰਟ। ਜੇਕਰ ਕਾਂਗਰਸ ਦੇ ਪ੍ਰਤੀ ਕੋਈ ਗੱਲ ਕਰੋ ਤਾਂ ਉਸੇ ਵੇਲੇ ਕਹਿ ਦਿੱਤਾ ਜਾਂਦਾ ਜੀ ਇਹ ਤਾਂ ਸੰਘ ਦੇ ਏਜੰਟ ਨੇ। ਜੇਕਰ ਆਮ ਆਦਮੀ ਪਾਰਟੀ ਦੇ ਕਿਸੇ ਗੱਲ ਦੇ ਉੱਪਰ ਕੋਈ ਇਹੋ ਜਿਹੀ ਟਿੱਪਣੀ ਕਰੋ ਤਾਂ ਉਸੇ ਵੇਲੇ ਕਿਹਾ ਜਾਂਦਾ ਜੀ ਅਕਾਲੀ ਕਾਂਗਰਸ ਜਿਹੜੀ ਉਹ ਰਲ ਕੇ ਸਾਡੇ ਖਿਲਾਫ ਕਰ ਰਹੀ ਹੈ। ਜੇਕਰ ਕਿਸਾਨ ਜਥੇਬੰਦੀਆਂ ਨੂੰ ਕਿਸੇ ਮੁੱਦੇ ਦੇ ਉੱਪਰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਕਿਹਾ ਜਾਂਦਾ ਜੀ ਇਹ ਤਾਂ ਸਰਕਾਰੀ ਏਜੰਸੀਆਂ ਦੇ ਬੰਦੇ ਨੇ ਜਾਂ ਫਿਰ ਦੀਪ ਸਿੱਧੂ ਜਿਹੜਾ ਉਹ ਇਹਨਾਂ ਦੇ ਨਾਲ ਆ ਸਾਰੇ ਜਿਹੜੇ ਹੈਗੇ ਨੇ ਉਹ ਕਿਸੇ ਨਾ ਕਿਸੇ ਰੂਪ 'ਚ ਸਰਕਾਰੀ ਏਜੰਸੀਆਂ ਦੇ ਬੰਦੇ ਨੇ। ਸੋ ਕਿਸੇ ਵੀ ਰਾਜਸੀ ਧਿਰ ਨੂੰ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਜਵਾਬਦੇਹ ਬਣਾਉਣ ਦਾ ਯਤਨ ਕਰਦੇ ਹੋ ਤਾਂ ਤੁਹਾਡੇ ਉੱਪਰ ਜਿਹੜਾ ਪਹਿਲਾ ਜਿਹੜਾ ਕਹਿ ਸਕਦੇ ਹੋ ਕਿ ਇਲਜ਼ਾਮ ਜਾਂ ਜਿਹੜਾ ਪਹਿਲਾ ਚਿੱਕੜ ਇਹੀ ਸੁੱਟਿਆ ਜਾਂਦਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਏਜੰਸੀ ਦੇ ਬੰਦੇ ਹੋ, ਤੁਸੀਂ RSS ਦੇ ਬੰਦੇ ਹੋ, ਤੁਸੀਂ ਕਾਂਗਰਸ ਦੇ ਬੰਦੇ ਹੋ, ਤੁਸੀਂ ਭਾਜਪਾ ਦੇ ਬੰਦੇ ਹੋ। ਬਹੁਤ ਸਾਰੇ ਇਹੋ ਜਿਹੇ ਇਲਜ਼ਾਮ ਜਿਹੜੇ ਅਕਸਰ ਲੱਗਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਸ ਵਰਤਾਰੇ ਦੇ ਉੱਪਰ ਜਿਹੜੇ ਸਾਡੇ ਵਰਗੇ ਲੋਕ ਨੇ ਉਹ ਚੁੱਪ ਕਰ ਜਾਣਗੇ ਜਾਂ ਉਹਨਾਂ ਨੂੰ ਚੁੱਪ ਕਰਾਇਆ ਜਾ ਸਕਦਾ। ਹਾਂ ਇੰਨਾ ਜ਼ਰੂਰ ਹੈ ਕਿ ਉਸਾਰੂ ਤੌਰ ਦੇ ਉੱਪਰ ਜਿਸ ਨੂੰ ਅਸੀਂ ਸੰਵਾਦ ਦੀ ਗੱਲ ਕਰਦੇ ਹਾਂ, ਵਿਵਾਦ ਨੂੰ ਛੱਡ ਕੇ ਜਿਹੜਾ ਉਸਾਰੂ ਪੱਧਰ ਦੇ ਉੱਪਰ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੰਸਟਰਕਟਿਵ ਕ੍ਰਿਟਿਸਿਜ਼ਮ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ, ਕੇਵਲ ਤੇ ਕੇਵਲ ਇੱਕ ਭੇਡ ਪ੍ਰਵਿਰਤੀ ਜਿਹੜੀ ਹੈ ਉਹ ਜਨਮ ਲੈਂਦੀ ਜਾ ਰਹੀ ਹੈ। ਉਹਦੇ ਬਾਰੇ ਮੈਂ ਅੱਗੇ ਕਈ ਵਾਰੀ ਦੋਸਤਾਂ ਦੇ ਨਾਲ ਗੱਲ ਸਾਂਝੀ ਕਰਦਾ ਹੁੰਦਾ, ਇਹ ਗੱਲ ਕਰਦਾ ਹੁੰਦਾ ਕਿ ਵੇਦਾਂਤ ਦੇ ਗ੍ਰੰਥਾਂ ਦੇ ਵਿੱਚ ਸਾਰੁਕਤਾਵਲੀ ਦਾ ਇੱਕ ਕਥਨ ਹੈਗਾ, ਜਗਤ ਕੀ ਭੇਡਾ ਚਾਲ ਚਲਤੇ ਕੇ ਪਾਸ਼ੇ ਚੱਲੇ ਪਰਮਾਰਥ ਨਾ ਸਕੇ ਸਮਾਲ। ਸੋ ਇਹ ਜਿਹੜੀ ਸਾਡੇ 'ਚ ਇਹ ਪ੍ਰਵਿਰਤੀ ਪੈਦਾ ਹੋ ਗਈ ਹੈ ਨਾ ਕਿ ਅਸੀਂ ਆਪਣੇ ਨੂੰ ਸਹੀ ਹੀ ਕਹਿਣਾ ਹੈ ਤੇ ਉਹਦੇ ਵਿੱਚ ਕੋਈ ਸਹੀ ਰੂਪ ਦੇ ਵਿੱਚ ਖਾਮੀ ਵੀ ਕੱਢਦਾ ਤੇ ਅਸੀਂ ਉਹਦੇ ਉੱਪਰ ਕੋਈ ਨਾ ਕੋਈ ਇਲਜ਼ਾਮ ਲਾਉਣਾ ਹੀ ਹੈ। ਦਰਅਸਲ ਇਹ ਸਾਡਾ ਨੁਕਸਾਨ ਤਾਂ ਕਰ ਹੀ ਰਹੀ ਹੈ, ਨਾਲ ਨਾਲ ਇਹ ਉਸ ਜਥੇਬੰਦੀ ਦਾ ਵੀ ਨੁਕਸਾਨ ਕਰ ਰਹੀ ਹੈ, ਚਾਹੇ ਉਹ ਰਾਜਸੀ ਜਥੇਬੰਦੀ ਹੋਵੇ, ਉਹ ਸਮਾਜ ਸੇਵੀ ਜਥੇਬੰਦੀ ਹੋਵੇ ਜਾਂ ਕਿਸੇ ਹੋਰ ਕਹਿ ਸਕਦੇ ਹੋ ਕਿ ਖੇਤਰ ਦੇ ਵਿੱਚ ਵਿਚਰ ਰਹੀ ਜਥੇਬੰਦੀ ਹੋਵੇ, ਕੋਈ ਕਿਸਾਨ ਯੂਨੀਅਨ ਹੋਵੇ। ਸਭ ਤੋਂ ਵੱਧ ਨੁਕਸਾਨ ਇਹ ਉਸ ਜਥੇਬੰਦੀ ਦਾ ਕਰਦੀ ਹੈ ਸਾਡੀ ਇਹ ਪ੍ਰਵਿਰਤੀ ਕਿ ਜਦੋਂ ਅਸੀਂ ਉਸ ਜਥੇਬੰਦੀ ਦੀਆਂ ਜਿਹੜੀਆਂ ਊਣਤਾਈਆਂ ਹੁੰਦੀਆਂ ਨੇ ਉਹਨਾਂ ਨੂੰ ਸੁਣਨ ਦੇ ਵਾਸਤੇ ਤਿਆਰ ਨਹੀਂ ਹੁੰਦੇ। ਔਰ ਇਹ ਵਰਤਾਰੇ ਦਾ ਪ੍ਰਤੱਖ ਰੂਪ ਤੁਸੀਂ ਕਿਸਾਨ ਸੰਘਰਸ਼ ਦੇ ਦੌਰਾਨ ਵੇਖਿਆ। ਕੁਝ ਦਿਨ ਪਹਿਲਾਂ ਮੈਂ ਜਦੋਂ ਕਿਸਾਨ ਜਥੇਬੰਦੀਆਂ ਦੇ ਉੱਪਰ ਸਵਾਲ ਕਰਦੀ ਇੱਕ ਵੀਡੀਓ ਜਿਹੜੀ ਸੀ ਬਣਾਈ, ਜਿਹਦੇ ਵਿੱਚ ਮੈਂ ਇਹ ਗੱਲ ਕਹੀ ਕਿ ਦੀਪ ਸਿੱਧੂ ਦੇ ਉੱਪਰ ਇਹ ਇਲਜ਼ਾਮ ਲਗਾਇਆ ਜਾਂਦਾ ਸੀ ਕਿ ਦੀਪ ਸਿੱਧੂ ਜਿਹੜਾ ਉਹ ਵੋਟਾਂ ਦੀ ਸਿਆਸਤ ਦੇ ਵਾਸਤੇ ਕਿਸਾਨ ਸੰਘਰਸ਼ ਨੂੰ ਵਰਤਣਾ ਚਾਹੁੰਦਾ। ਸੋ ਉਸ ਤੋਂ ਬਾਅਦ ਕੁਝ ਵੀਰਾਂ ਦਾ ਪ੍ਰਤੀਕਰਮ ਇਹ ਆਇਆ ਜੀ ਤੁਸੀਂ ਇਤਿਹਾਸਕਾਰ ਹੋ, ਤੁਸੀਂ ਸਿੱਖ ਇਤਿਹਾਸ ਨੂੰ ਦੱਸਣ ਵਾਲੇ ਜਾਂ ਉਸ ਦੀ ਖੋਜ ਕਰਨ ਵਾਲੇ ਹੋ ਤੇ ਤੁਸੀਂ ਕੀ ਦੀਪ ਸਿੱਧੂ ਨੂੰ ਨਾਇਕ ਦੇ ਰੂਪ ਦੇ ਵਿੱਚ ਸਿੱਖਾਂ ਦੇ ਉੱਪਰ ਥੋਪਣਾ ਚਾਹੁੰਦੇ, ਜਦੋਂ ਕਿ ਇਹ ਗੱਲ ਤਾਂ ਦੀਪ ਵੀ ਆਪਣੀਆਂ ਲਿਖਤਾਂ ਦੇ ਵਿੱਚ ਸਪਸ਼ਟ ਕਰ ਚੁੱਕਾ। ਔਰ ਈਵਨ ਇੱਥੋਂ ਤੱਕ ਕਿ ਜਦੋਂ ਮੈਂ ਵੀ ਇੱਕ ਗੱਲ ਕਹਾਂ ਕਿ ਅਸੀਂ ਉਸ ਦੀਪ ਸਿੱਧੂ ਨੂੰ ਅਸੀਂ ਬਤੌਰ ਕੋਈ ਜਥੇਦਾਰੀ ਨਹੀਂ ਦੇ ਰਹੇ, ਅਸੀਂ ਕਿਸੇ ਪੰਥਕ ਜਥੇਬੰਦੀ ਦਾ ਉਸਨੂੰ ਮੁਖੀ ਨਹੀਂ ਗਿਣਦੇ। ਔਰ ਜੇਕਰ ਇਸ ਤਰ੍ਹਾਂ ਦਾ ਦਾਅਵਾ ਕਰੇਗਾ ਤਾਂ ਸ਼ਾਇਦ ਤੁਹਾਡੇ ਤੋਂ ਪਹਿਲਾਂ ਮੈਂ ਉਸ ਦੇ ਵਿਰੋਧ ਦੇ ਵਿੱਚ ਹੋਊਂਗਾ। ਪਰ ਗੱਲ ਤੇ ਇਹ ਹੈ ਕਿ ਬਤੌਰ ਇੱਕ ਆਮ ਪੰਜਾਬੀ ਕੀ ਦੀਪ ਸਿੱਧੂ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਪੰਜਾਬ ਦੇ ਜਿਹੜੇ ਵਰਤਮਾਨ ਵਰਤਾਰੇ ਜਾਂ ਸਮੱਸਿਆਵਾਂ ਨੇ ਉਹਦੇ ਉੱਪਰ ਆਪਣਾ ਚਿੰਤਨ ਜਾਂ ਆਪਣੀ ਗੱਲ ਕੌਮ ਦੇ ਸਾਹਮਣੇ, ਪੰਥ ਦੇ ਸਾਹਮਣੇ ਰੱਖ ਸਕੇ। ਅਸੀਂ ਇਹ ਤਾਂ ਕਿਸੇ ਨੂੰ ਨਹੀਂ ਕਹਿੰਦੇ ਕਿ ਉਸ ਨੂੰ ਕੋਈ ਲੀਡਰ ਸਵੀਕਾਰ ਕਰੋ,
ਪਰ ਜੇਕਰ ਉਸ ਨੌਜਵਾਨ ਦੇ ਕੋਲ ਇੰਨੀ ਕੁ ਸੋਝੀ ਹੈ, ਸੂਝ ਹੈ ਕਿ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਬੌਧਿਕ ਪੱਧਰ ਦੇ ਉੱਪਰ ਸਮਝ ਕੇ ਨੌਜਵਾਨਾਂ ਤੱਕ ਪਹੁੰਚਾ ਸਕਦਾ ਹੈ, ਤਾਂ ਉਹਦੇ ਵਿੱਚ ਸਾਨੂੰ ਮੇਰੇ ਖਿਆਲ ਦੇ ਨਾਲ ਬੁਰਾਈ ਵੀ ਕੀ ਲੱਗਦੀ ਹੈ। ਪਰ ਫਿਰ ਵੀ ਬਹੁਤ ਸਾਰੇ ਵੀਰਾਂ ਦਾ ਮੈਨੂੰ ਪ੍ਰਤੀਕਰਮ ਇਹ ਆਇਆ ਜੀ, ਤੁਸੀਂ ਉਸ ਨੂੰ ਬਤੌਰ ਸਿੱਖ ਇਤਿਹਾਸਕਾਰ ਤੁਸੀਂ ਦੀਪ ਸਿੱਧੂ ਨੂੰ ਸਿੱਖਾਂ ਦੇ ਉੱਪਰ ਥੋਪਣਾ ਚਾਹੁੰਦੇ। ਇਵੇਂ ਦੀ ਬਿਲਕੁਲ ਗੱਲ ਨਹੀਂ। ਦੀਪ ਸਿੱਧੂ ਨਾ ਕਿਸੇ ਪੰਥਕ ਜਥੇਬੰਦੀ ਦਾ ਮੁਖੀ ਹੈ, ਨਾ ਉਸਨੇ ਕਿਸੇ ਪੰਥਕ ਅਹੁਦੇ ਦੇ ਉੱਪਰ ਆਉਣਾ ਹੈ। ਉਹ ਤਾਂ ਕੇਵਲ ਤੇ ਕੇਵਲ ਮੈਂ ਇੰਨੀ ਗੱਲ ਕਹਾਂ ਕਿ ਉਹ ਗੱਲ ਕਰਨ ਦੀ ਤੇ ਆਪਣੀ ਗੱਲ ਦੇ ਨਾਲ ਲੋਕਾਂ ਨੂੰ ਜੋੜਨ ਦੀ ਤੇ ਅਗਲਿਆਂ ਨੂੰ ਕਨਵਿੰਸ ਕਰਨ ਦੀ ਜਿਹੜੀ ਹੈ ਉਹ ਸਮਰੱਥਾ ਰੱਖਦਾ ਹੈ। ਤੇ ਸਾਨੂੰ ਤੇ ਸਗੋਂ ਸਾਰਿਆਂ ਨੂੰ ਉਸਦਾ ਜੇਕਰ ਪੰਜਾਬ ਦੇ ਪ੍ਰਤੀ ਉਸ ਨੂੰ ਕੋਈ ਚਿੰਤਾ ਹੈ ਤਾਂ ਉਸ ਦਾ ਜਿਹੜਾ ਚੇਤਨ ਹੈ ਜਾਂ ਜਿਹੜੀ ਉਸ ਦੇ ਚਿੰਤਨ ਦਾ ਜਿਹੜਾ ਵਿਸ਼ਾ ਹੈ ਉਹਦੇ ਵਿੱਚੋਂ ਜੇਕਰ ਕੋਈ ਸਾਨੂੰ ਲਾਭਕਾਰੀ ਤੱਤ ਪ੍ਰਾਪਤ ਹੁੰਦਾ ਹੈ ਤਾਂ ਸਾਨੂੰ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਉਸ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਪਰ ਫਿਰ ਵੀ ਇਸ ਗੱਲ ਨੂੰ ਵੀ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਕੋਈ ਉਸ ਦੇ ਨਾਲ ਸਹਿਮਤ ਹੋਵੇ ਜਾਂ ਨਾ ਸਹਿਮਤ ਹੋਵੇ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ, ਮੇਰੀ ਵੀ ਉਸੇ ਤਰ੍ਹਾਂ ਮਰਜ਼ੀ ਹੈ। ਔਰ ਇਹ ਵੀ ਗੱਲ ਹੈ ਕਿ ਹੋ ਸਕਦਾ ਹੈ ਕਿ ਮੈਂ ਮੀਡੀਆ ਦੇ ਵਿੱਚ ਇਵੇਂ ਦੀਆਂ ਗੱਲਾਂ ਨਹੀਂ ਲੈ ਕੇ ਆਉਂਦਾ, ਉਸ ਦੀਆਂ ਬਹੁਤ ਗੱਲਾਂ ਨਾਲ ਕਿਤੇ ਮੈਂ ਵੀ ਸਹਿਮਤ ਨਾ ਹੁੰਦਾ ਹੋਵਾਂ, ਜਾਂ ਫਿਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਨਾ ਸਹਿਮਤ ਹੋਵੋ। ਪਰ ਕਿਤੇ ਨਾ ਕਿਤੇ ਅਸੀਂ ਗੱਲ ਨੂੰ ਸਮਝਣ ਦਾ ਔਰ ਉਹਦੇ ਉੱਪਰ ਸਹੀ ਸੰਵਾਦ ਰਚਾਉਣ ਦਾ ਜਿਹੜਾ ਯਤਨ ਹੈ ਉਹ ਤਾਂ ਕਰੀਏ। ਇਹੀ ਗੱਲ ਮੈਂ ਕਿਸਾਨ ਜਥੇਬੰਦੀਆਂ ਦੇ ਬਾਰੇ ਕੀਤੀ ਸੀ ਕਿ ਕਿਸਾਨ ਆਗੂਆਂ ਨੇ ਜਿਹੜਾ ਹੁਣ ਚੋਣ ਲੜਨ ਦਾ ਫੈਸਲਾ ਕੀਤਾ ਹੈ, ਉਹਦੇ ਉੱਪਰ ਜਦੋਂ ਮੈਂ ਪ੍ਰਤੀਕਰਮ ਦਿੰਨਾ ਹੈ ਤਾਂ ਮੇਰਾ ਪ੍ਰਤੀਕਰਮ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹ ਤਕਰੀਬਨ, ਬੇਸ਼ੱਕ ਕਿਹਾ ਤਾਂ ਇਹ ਜਾਂਦਾ ਹੈ ਕਿ ਬੜੇ ਲੰਬੇ ਤਜਰਬੇ ਨੇ, ਪਰ ਇੱਕ ਗੱਲ ਹੈ ਕਿ ਕਿਸੇ ਯੂਨੀਅਨ ਦਾ, ਚਾਹੇ ਟੀਚਰ ਯੂਨੀਅਨ ਹੋਵੇ ਜਾਂ ਕਿਸਾਨ ਯੂਨੀਅਨ ਹੋਵੇ ਜਾਂ ਫਿਰ ਰੋਡਵੇਜ ਮੁਲਾਜ਼ਮਾਂ ਦੀ ਯੂਨੀਅਨ ਹੋਵੇ, ਯੂਨੀਅਨ ਦੇ ਵਿੱਚ ਕਾਰਜ ਕਰਨ ਦਾ ਔਰ ਸਿਆਸਤ ਦੇ ਵਿੱਚ ਕਾਰਜ ਕਰਨ ਦਾ ਬੜਾ ਫਰਕ ਹੁੰਦਾ ਹੈ। ਇਹਦੇ ਵਾਸਤੇ ਜਿਹੜੇ ਦੋਵੇਂ ਤਜਰਬੇ ਨੇ ਉਹਨਾਂ ਦੀਆਂ ਦਿਸ਼ਾਵਾਂ ਬੜੀਆਂ ਵੱਖ-ਵੱਖ ਹੁੰਦੀਆਂ ਨੇ। ਹੁਣ ਜਦੋਂ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਨੌਜਵਾਨਾਂ ਦੀ ਇੱਕ ਜਿਹੜੀ ਸੁਰ ਸੀ, ਉਹਦੇ ਪ੍ਰਤੀ ਜਿਹੜੀ ਅਪਰੋਚ ਸੀ, ਉਹ ਬਿਲਕੁਲ ਉਹੀ ਸੀ ਜਿਹੜੀ ਮੇਨ ਸਟ੍ਰੀਮ ਮੀਡੀਆ ਦੀ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਦੇ ਆਪਣੇ ਆਪ ਨੂੰ ਤਜਰਬੇ ਕਹਿਣ ਵਾਲੇ ਤੇ ਸਮਝਣ ਵਾਲੇ ਜਿਹੜੇ ਨੁਮਾਇੰਦੇ ਸੀਗੇ, ਉਹ ਵੀ ਉਸ ਸਾਰੇ ਵਰਤਾਰੇ ਨੂੰ ਨਹੀਂ ਸਮਝ ਰਹੇ ਕਿ ਅਸੀਂ ਕਿਤੇ ਨਾ ਕਿਤੇ ਇਸ ਸੰਘਰਸ਼ ਦੀ ਜਿਹੜੀ ਰੂਹ, ਨੌਜਵਾਨ ਸਾਡੇ ਵੀਰ ਨੇ, ਜਿਹੜੇ ਸਾਡੇ ਭਰਾ ਨੇ, ਸਾਡੇ ਬੱਚੇ ਨੇ, ਅਸੀਂ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਨੂੰ ਨਾ ਸਮਝਦੇ ਹੋਏ ਉਹਨਾਂ ਬੋਲਾਂ ਦੇ ਉੱਪਰ ਪਹਿਰਾ ਦੇ ਰਹੇ ਹਾਂ ਜਿਹੜੇ ਭਾਰਤੀ ਮੀਡੀਆ ਸਾਡੇ ਮੂੰਹ ਚੋਂ ਅਖਵਾਉਣਾ ਚਾਹੁੰਦਾ ਹੈ। ਅਕਸਰ ਕਹਿ ਦਿੱਤਾ ਜਾਂਦਾ ਸੀ ਸਟੇਜਾਂ ਦੇ ਉੱਪਰ ਕਿ ਆਨੰਦਪੁਰ ਸਾਹਿਬ ਦਾ ਮਤਾ ਜੀ, ਆਨੰਦਪੁਰ ਸਾਹਿਬ ਦਾ ਅਸੀਂ ਨਹੀਂ ਚਾਹੁੰਦੇ। ਫਿਰ ਕਿਤੇ ਕਿਸਾਨ ਆਗੂਆਂ ਦਾ ਜਿਹੜਾ ਪੰਥਕ ਵਿਚਾਰ ਧਾਰਾ ਦੇ ਪ੍ਰਤੀ ਰਵੱਈਆ ਸੀ ਉਹ ਬਹੁਤ ਹੀ ਉਦਾਸੀਨਤਾ ਵਾਲਾ ਸੀ, ਜਾਂ ਇੰਜ ਕਹਿ ਸਕਦੇ ਹੋ ਕਿ ਉਹ ਬਿਲਕੁਲ ਮੇਨ ਸਟ੍ਰੀਮ ਮੀਡੀਆ ਦੇ ਨਾਲ ਰਲਦਾ ਮਿਲਦਾ ਸੀ। ਜਿਸ ਤਰ੍ਹਾਂ ਦੇ ਨਾਲ ਜਦੋਂ ਮੇਨ ਸਟ੍ਰੀਮ ਮੀਡੀਆ ਤੋਂ ਇਹ ਗੱਲ ਆਉਂਦੀ ਸੀ ਕਿਸਾਨ ਸੰਘਰਸ਼ ਦੇ ਵਿੱਚ ਖਾਲਿਸਤਾਨੀ ਨੇ, ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨਗੇ, ਜਾਂ ਕਿਤੇ ਮੇਰਾ ਜਾਂ ਸਰਦਾਰ ਅਜਮੇਰ ਸਿੰਘ ਦਾ ਨਾਂ ਆ ਜਾਂਦਾ ਸੀ ਤਾਂ ਉਸੇ ਵੇਲੇ ਤੁਸੀਂ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦੀਆਂ, ਸਰਦਾਰ ਸ਼ਬਦ ਸਿੰਘ ਕਰਕੇ ਨਾਲ ਮਿਲਾਉਣਾ ਪੈਂਦਾ, ਜੋਗਿੰਦਰ ਸਿੰਘ ਉਗਰਾਹਾਂ ਦੀਆਂ ਜਾਂ ਜੋਗਿੰਦਰ ਸਿੰਘ ਹੁਣਾਂ ਦੀਆਂ ਉਸੇ ਵੇਲੇ ਤੁਸੀਂ ਕਈ ਜਿਹੜੀਆਂ ਵੀਡੀਓ ਸੁਣ ਸਕਦੇ ਹੋ ਕਿ ਜਿਹੜੇ ਖਾਲਿਸਤਾਨੀ ਨੇ ਉਹ ਦੂਰ ਰਹਿਣ, ਜਾਂ ਫਿਰ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਕਰਨਾ ਚਾਹੁੰਦੇ, ਜਾਂ ਤੁਹਾਡੇ ਕੋਲ ਉਦੋਕੇ ਹੈਗਾ, ਤੁਹਾਡੇ ਕੋਲ ਅਜਮੇਰ ਹੈਗਾ, ਕਿ ਇੱਕਦਮ ਜੋ ਮੇਨ ਸਟ੍ਰੀਮ ਮੀਡੀਆ ਖਵਾਉਣਾ ਚਾਹੁੰਦਾ ਸੀ ਉਹ ਉਸੇ ਵੇਲੇ ਉਸ ਗੱਲ ਨੂੰ ਬੋਲ ਦਿੰਦੇ ਸੀ। ਭਾਵੇਂ ਕਿ ਜਿਹੜਾ ਅਲਟਰਨੇਟਿਵ ਮੀਡੀਆ ਸੀ, ਪੰਜਾਬ ਦੇ ਬਹੁਤ ਸਾਰੇ ਵੈਬ ਚੈਨਲ ਜਿਹੜੇ ਸੀ ਉਹ ਕਿਤੇ ਨਾ ਕਿਤੇ ਜਿਹੜਾ ਸਾਡਾ ਉਹ ਪੱਖ ਰੱਖਦੇ ਸੀ। ਔਰ ਮੋਰਚੇ ਦੇ ਦੌਰਾਨ ਮੈਂ ਦੋ ਗੱਲਾਂ ਕਹੀਆਂ ਸੀ ਜਿਹਦੇ ਕੋਲ ਖਾਸ ਕਰਕੇ ਜਿਹੜੇ ਸਾਡੇ ਕਿਸਾਨ ਆਗੂ ਸੀ ਉਹਨਾਂ ਨੂੰ ਗੁੱਸਾ ਵੀ ਲੱਗਾ ਔਰ ਮੇਰੇ ਕੋਲ ਆ ਕੇ ਉਹਨਾਂ ਨੇ ਇਸ ਗੱਲ ਦਾ ਰੰਜ ਵੀ ਕੀਤਾ। ਪਹਿਲੀ ਗੱਲ ਤੇ ਮੈਂ ਇਹ ਗੱਲ ਕਹੀ ਸੀ ਜਿਹੜੀ ਅੱਜ ਗੱਲ ਸਾਬਤ ਹੋ ਰਹੀ ਹੈ ਕਿ ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸੀ ਕਿ ਲੀਡਰਾਂ ਨੂੰ ਸਾਹਮਣੇ ਬੈਠੇ ਜਿਹੜੇ ਲੋਕ ਨੇ, ਜਿਹੜੀ ਸੰਗਤ ਹੈ, ਉਹ ਕਦੀ ਧੋਖਾ ਨਹੀਂ ਦਿੰਦੀ। ਜਿਹੜਾ ਸਟੇਜ ਦੇ ਉੱਪਰ ਬੋਲ ਰਿਹਾ ਬੰਦਾ ਹੁੰਦਾ ਹਮੇਸ਼ਾ ਉਹ ਧੋਖਾ ਦਿੰਦਾ। ਦੂਸਰੀ ਗੱਲ ਮੈਂ ਜਿਹੜੀ ਕਹੀ ਸੀ ਉਸ ਤੋਂ ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਕਿਸਾਨ ਆਗੂਆਂ ਨੇ ਕਹਿ ਦਿੱਤੀ ਕਿ ਜੇਕਰ ਇਹਨਾਂ ਲੀਡਰਾਂ ਦਾ ਏਕਾ ਹੈ ਤਾਂ ਉਹ ਏਕਾ ਇਸ ਕਰਕੇ ਹੈ ਕਿ ਕਿਸਾਨ ਲੀਡਰ ਜਿਹੜਾ ਉਹਦੇ ਕੋਲ ਸ਼ਾਇਦ ਕਹਿ ਸਕਦੇ ਹੋ ਕਿ ਉਨੀ ਯੋਗਤਾ ਨਹੀਂ ਹੈ ਜਿੰਨੀ ਕਿਸਾਨ ਜਿਹੜੇ ਨੇ ਉਹਨਾਂ ਦੀ ਤਾਕਤ ਜਿਹੜੀ ਹੈ, ਤੇ ਉਹ ਕਿਸਾਨਾਂ ਦੀ ਤਾਕਤ ਦੇ ਸਦਕਾ ਹੀ ਇਹਨਾਂ ਦੇ ਵਿੱਚ ਏਕਤਾ ਹੈ ਜੇਕਰ ਇੰਨੀਆਂ ਜਥੇਬੰਦੀਆਂ ਇਕੱਠੀਆਂ ਨੇ। ਤੇ ਮੈਂ ਮੰਚ ਦੇ ਉੱਪਰ ਇਹ ਗੱਲ ਕਹਿ ਦਿੱਤੀ ਸੀ ਜਿਹਦੇ ਉੱਪਰ ਬੜਾ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਲੋਕਾਂ ਦੀ ਜੁੱਤੀ ਕਾਇਮ ਹੈ, ਔਰ ਥੋੜੇ ਚਿਰ ਬਾਅਦ ਹੀ ਸਰਦਾਰ ਗੁਰਨਾਮ ਸਿੰਘ ਚੜੂਣੀ ਨੇ ਇਹ ਗੱਲ ਕਹਿ ਦਿੱਤੀ ਤੇ ਤਾਂ ਇਕੱਠੇ ਨੇ ਲੋਕਾਂ ਦਾ ਛੱਤਰ ਕਾਇਮ ਹੈ। ਸੋ ਜੁੱਤੀ ਤੇ ਛੱਤਰ ਅਰਥ ਤਾਂ ਉਹੀ ਸੀ,
ਪਰ ਉਹਨਾਂ ਦੇ ਉੱਪਰ ਕੋਈ ਇਤਰਾਜ਼ ਨਹੀਂ ਹੋਇਆ ਔਰ ਮੇਰੇ ਉੱਪਰ ਇਸ ਗੱਲ ਦਾ ਜਿਹੜਾ ਸੀ ਇਤਰਾਜ਼ ਹੋਇਆ ਸੀ। ਦੂਜੀ ਗੱਲ ਹੈ ਜਿਹੜੀ ਇਹ ਸਾਰੇ ਵਰਤਾਰੇ 'ਚ ਸਮਝਣ ਵਾਲੀ ਗੱਲ ਇਹ ਸੀ ਕਿ ਇਸ ਮੋਰਚੇ ਦੀ ਜਿਹੜੀ ਰੂਹ ਸੀ, ਜਿਹੜੀ ਚਾਲਕ ਸ਼ਕਤੀ ਸੀ, ਉਹ ਪੰਥਕ ਵਿਚਾਰਧਾਰਾ ਸੀ। ਸੋ ਸਾਨੂੰ ਧਿਆਨ ਦੇ ਨਾਲ ਉਸ ਚਾਲਕ ਸ਼ਕਤੀ ਦੀ ਨੁਮਾਇੰਦਗੀ ਕਰ ਰਹੀਆਂ ਜਿਹੜੀਆਂ ਵਿਚਾਰਧਾਰਾਵਾਂ ਨੇ ਤੇ ਉਹਨਾਂ ਵਿਚਾਰਧਾਰਾਵਾਂ ਦੇ ਜਿਹੜੇ ਪ੍ਰਤੱਖ ਰੂਪ ਨੇ, ਚਾਹੇ ਉਹ ਲੰਗਰ ਦੀ ਗੱਲ ਸੀ, ਸੇਵਾ ਦੀ ਗੱਲ ਸੀ, ਪੰਗਤ ਦੀ ਗੱਲ ਸੀ, ਸੰਗਤ ਦੀ ਗੱਲ ਸੀ, ਜਾਂ ਫਿਰ ਸਾਰਿਆਂ ਦੇ ਵਾਸਤੇ ਇਹ ਜਿਹੜੇ ਵਰਤਾਰੇ ਵਾਪਰ ਰਹੇ ਸੀ, ਇਹ ਜਿਸ ਵਿਚਾਰਧਾਰਾ ਦੇ ਅਧੀਨ ਵਾਪਰ ਰਹੇ ਸੀ, ਉਸ ਵਿਚਾਰਧਾਰਾ ਦੇ ਪ੍ਰਤੱਖ ਰੂਪ ਨਿਸ਼ਾਨ ਸਾਹਿਬ ਦੀ ਗੱਲ ਸੀ। ਸੋ ਜਿਹੜੀਆਂ ਵੀ ਇਹ ਸਾਰੀਆਂ ਕਹਿ ਸਕਦੇ ਹੋ ਕਿ ਸਿੱਖਾਂ ਦੀਆਂ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਇਹ ਜਿਹੜੀਆਂ ਧਾਰਨਾਵਾਂ ਸੀ, ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਸਮਝਣ ਦੀ ਲੋੜ ਸੀ। ਪਰ ਇੱਕਦਮ ਜਦੋਂ ਨਿਸ਼ਾਨ ਸਾਹਿਬ ਦੇ ਬਾਰੇ ਜਾਂ ਸਿੱਖ ਜਥੇਬੰਦੀਆਂ ਦੇ ਬਾਰੇ, ਸਿੱਖ ਵਿਚਾਰਧਾਰਾ ਦੇ ਬਾਰੇ, ਧਰਮ ਦੇ ਬਾਰੇ ਇੱਕਦਮ ਬਿਨਾਂ ਸੋਚਣ ਤੋਂ ਜੇ ਮੈਂ ਨਾ ਕਹਾਂ ਤਾਂ ਫਿਰ ਉਹੀ ਗੱਲ ਕਹਾਂ ਕਿ ਜੋ ਕੁਝ ਮੇਨ ਸਟ੍ਰੀਮ ਮੀਡੀਆ ਚਾਹੁੰਦਾ ਸੀ ਉਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਅਸੀਂ ਸ਼ੁਰੂ ਕਰ ਦਿੱਤੀ। ਵੈਸੇ ਇੱਕ ਗੱਲ ਬੜੀ ਹੈਰਾਨਗੀ ਦੀ ਗੱਲ ਹੈ, ਜਦੋਂ ਕਿਸਾਨ ਦਿੱਲੀ ਪਹੁੰਚੇ ਨੇ ਪਹਿਲੇ ਦਿਨ, ਉਸ ਤੋਂ ਬਾਅਦ ਜਦੋਂ ਸਟੇਜਾਂ ਜਾਂ ਮੰਚ ਲੱਗਣਾ ਸ਼ੁਰੂ ਹੋਇਆ ਤੇ ਉਸ ਤੋਂ ਦੂਸਰੇ ਤੀਸਰੇ ਦਿਨ ਬਾਅਦ ਮੇਰੇ ਕੋਲ ਅਜੇ ਵੀ ਉਹ ਲਿਸਟ ਪਈ ਹੈ ਜਿਹੜੀਆਂ ਸਰਕਾਰ ਨੂੰ ਮੰਗਾਂ ਦੀ ਲਿਸਟ ਦਿੱਤੀ ਗਈ ਸੀ, ਪਹਿਲੀ ਸੂਚੀ ਦਿੱਤੀ ਗਈ ਸੀ। ਉਹਦੇ ਵਿੱਚ ਪਹਿਲੀ ਗੱਲ ਤਾਂ ਸੀ ਜਿੱਥੇ 3 ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਉਹਦੇ ਨਾਲ ਅਖੀਰ ਦੇ ਉੱਪਰ ਇੱਕ ਗੱਲ ਸੀ ਕਿ ਰਾਜਾਂ ਦੇ ਵੱਧ ਅਧਿਕਾਰ ਜਿਹੜੇ ਨੇ ਉਹ ਕਾਇਮ ਰੱਖੇ ਜਾਣ ਤੇ ਉਹਨਾਂ ਦੀ ਖੁਦਮੁਖਤਿਆਰੀ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਹਮਲਾ ਨਾ ਕੀਤਾ ਜਾਵੇ, ਭਾਵੇਂ ਕਿ ਉਹਨਾਂ ਦੇ ਫੈਡਰਲ ਸਟਰਕਚਰ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਮੈਂ ਚਿੱਠੀਆਂ ਵੇਖੀਆਂ ਨੇ ਜਾਂ ਜਿੰਨੀਆਂ ਮੀਡੀਆ ਦੇ ਵਿੱਚ ਆਈਆਂ ਜਾਂ ਜਿਹੜੀਆਂ ਅਜੇ ਵੀ ਤੁਸੀਂ ਇੰਟਰਨੈਟ ਦੇ ਉੱਪਰ ਜਿਹੜੀ ਆ ਉਹ ਸਰਚ ਕਰ ਸਕਦੇ ਹੋ, ਤਾਂ ਉਸ ਸਮੇਂ ਉਹਨਾਂ ਚਿੱਠੀਆਂ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਆਈਆਂ ਉਹਨਾਂ ਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਨਹੀਂ ਸੀ। ਭਾਵੇਂ ਕਿ ਮੈਂ ਬੋਲਦਾ ਵੀ ਰਿਹਾ, ਮੈਂ ਲਿਖਦਾ ਵੀ ਰਿਹਾ, ਪਰ ਜਦੋਂ ਜੋਗਿੰਦਰ ਉਗਰਾਹਾਂ ਦੀ ਇਹ ਸਟੇਟਮੈਂਟ ਆਈ ਹੈ ਕਿ ਅਸੀਂ ਵੱਧ ਅਧਿਕਾਰਾਂ ਦੇ ਹੱਕ ਵਿੱਚ ਨਹੀਂ ਹੈਗੇ, ਤਾਂ ਫਿਰ ਮੈਨੂੰ ਪਤਾ ਲੱਗਾ ਕਿ ਜਥੇਬੰਦੀਆਂ ਦੀਆਂ ਜਿਹੜੀਆਂ ਆਪਸੀ ਕਹਿ ਸਕਦੇ ਹੋ ਕਿ ਰੰਜਿਸ਼ਾਂ ਨੇ, ਉਹਨਾਂ ਦੇ ਹੁੰਦਿਆਂ ਜਿਹੜੇ ਪੰਜਾਬ ਦੇ ਹਿੱਤ ਨੇ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਵਸਾਕਾਤ ਹੋ ਰਿਹਾ। ਉਹਦਾ ਕਾਰਨ ਸੀ ਕਿ ਜਥੇਬੰਦੀਆਂ ਦੀਆਂ ਵੀ ਆਪਣੀਆਂ ਵੱਖ-ਵੱਖ ਵਿਚਾਰਧਾਰਾਵਾਂ ਸੀ। ਔਰ ਮੈਂ ਅਕਸਰ ਸਾਰਿਆਂ ਨੂੰ ਇਹ ਗੱਲ ਕਹਿੰਦਾ ਰਿਹਾ, ਮੈਂ ਇਹਨਾਂ ਦੀਆਂ ਸਟੇਜਾਂ ਦੇ ਉੱਪਰੋਂ ਵੀ ਕਿਹਾ ਜਿੰਨੀ ਵਾਰੀ ਬੋਲਣ ਦਾ ਮੌਕਾ ਮਿਲਿਆ, ਕਿ ਇੱਥੇ ਬੈਠਾ ਹੋਇਆ ਹਰ ਕਿਸਾਨ ਜਿਹੜਾ ਉਹ ਕਿਸੇ ਨਾ ਕਿਸੇ ਰੂਪ 'ਚ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜਿਆ ਹੋਇਆ ਤੇ ਪੰਜਾਬ ਦੀ ਹਰ ਸਿਆਸੀ ਪਾਰਟੀ ਦੇ ਵਿੱਚ ਵੀ ਕਿਸਾਨ ਹੈ। ਸੋ ਉਸ ਗੱਲ ਨੂੰ ਸਮਝਣ ਦੀ ਲੋੜ ਸੀ ਕਿ ਉਦੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਨਾਨ ਪੋਲੀਟੀਕਲ ਹੈ, ਇਹ ਗੈਰ ਸਿਆਸੀ ਹੈ, ਇਹ ਰਾਜਨੀਤਿਕ ਹੈ, ਕਿ ਇਹਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਜੇਕਰ ਉਸ ਸੰਘਰਸ਼ ਦੇ ਸਿਖਰ ਦੇ ਦੌਰਾਨ ਕਿਸੇ ਰਾਜਸੀ ਧਿਰ ਜਾਂ ਫਿਰ ਪੰਜਾਬ ਦੇ ਵਿੱਚ ਸਿਆਸੀ ਪਹਿਲ ਕਦਮੀ ਦਾ ਇਸ਼ਾਰਾ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਵਧੀਆ ਰਾਜਨੀਤਿਕ ਕੇਡਰ ਉੱਥੇ ਸਿਰਜਿਆ ਜਾ ਸਕਦਾ ਸੀ। ਭਾਵੇਂ ਕਿ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਰਾਜਸੀ ਧਿਰ ਜਿਹੜੀ ਹੈ ਉਹ ਪੰਜਾਬ ਦੀ ਰਾਜਸੀ ਸੱਤਾ ਦੇ ਉੱਪਰ ਕਾਬਜ ਹੋ ਜਾਵੇ, ਜਿੰਨਾ ਚਿਰ ਤੱਕ ਰਾਜਾਂ ਦੇ ਕੋਲ ਕੋਈ ਵੱਧ ਅਧਿਕਾਰ ਨਹੀਂ ਹੈਗੇ ਉਹਨਾਂ ਚਿਰ ਤੱਕ ਪੰਜਾਬ ਦਾ ਕੋਈ ਬਹੁਤ ਜ਼ਿਆਦਾ ਭਲਾ ਨਹੀਂ ਕੀਤਾ ਜਾ ਸਕਦਾ। 2-4 ਆਰਥਿਕ ਤੌਰ ਤੇ ਕੋਈ ਪੈਕੇਜ ਮਿਲ ਜਾਣ ਜਾਂ ਕੁਝ ਮੰਗਾਂ ਮੰਨੀਆਂ ਜਾਣ, ਉਹ ਗੱਲ ਵੱਖਰੀ ਹੈ। ਪਰ ਜਿਹੜਾ ਇਹਨਾਂ ਦਾ ਜਥੇਬੰਦੀਆਂ ਦਾ ਜਿਹੜਾ ਕੇਡਰ ਸੀ, ਉਹ ਜਿਹੜਾ ਕੇਡਰ ਸੀ ਕਿਤੇ ਨਾ ਕਿਤੇ ਜਿਸ ਰਾਜਸੀ ਕਹਿ ਸਕਦੇ ਹੋ ਕਿ ਧਿਰ ਨਾਲ ਜੁੜਿਆ ਸੀ, ਉਹ ਤੇ ਉਹਦੇ ਨਾਲ ਹੀ ਜੁੜਿਆ ਰਿਹਾ। ਹੁਣ ਜੇਕਰ ਅਸੀਂ 26 ਜਨਵਰੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਜੇ ਮੈਂ ਪਹਿਲੀ ਵੀ ਗੱਲ ਕਰ ਦਵਾਂ, ਹੁਣ ਸਵਾਲੀਆ ਚਿੰਨ੍ਹ ਕਿੱਥੇ ਲੱਗ ਜਾਂਦਾ ਹੈ ਕਿ ਜਿੰਨੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਸਰਗਰਮ ਹੋ ਰਹੀਆਂ ਨੇ, ਜਿਹੜੀਆਂ ਵੋਟ ਤੰਤਰ ਦੇ ਵਿੱਚ ਆ ਰਹੀਆਂ ਨੇ, ਤਾਂ ਉਹਨਾਂ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਲੋਕਾਂ ਦੇ ਉੱਪਰ ਵਿਸ਼ਵਾਸ ਜਿਹੜਾ ਉਹਨੂੰ ਕਾਇਮ ਕਰਨ ਦੇ ਵਿੱਚ ਅਸਫਲ ਨੇ। ਉਹਦਾ ਕਾਰਨ ਕੀ ਹੈ? 26 ਜਨਵਰੀ ਦਾ ਸੱਦਾ ਆਪ ਦਿੱਤਾ, ਪਿੱਛੇ ਹਟ ਗਏ। ਰਿੰਗ ਰੋਡ ਦਾ ਆਪ ਸੱਦਾ ਦਿੱਤਾ, ਪਿੱਛੇ ਹਟ ਗਏ। ਸੰਸਦ ਦੇ ਘਿਰਾਓ ਦਾ ਆਪ ਸੱਦਾ ਦਿੱਤਾ, ਪਿੱਛੇ ਹਟ ਗਏ। ਪਾਰਲੀਮੈਂਟ ਵੱਲ ਟਰੈਕਟਰ ਮਾਰਚ ਦਾ ਆਪ ਸੱਦਾ ਦਿੱਤਾ, ਪਿੱਛੇ ਹਟ ਗਏ। ਭਾਵ ਕਿ 26 ਤੋਂ ਬਾਅਦ ਉਹੀ ਆਵਾਜ਼ ਇਹਨਾਂ ਜਥੇਬੰਦੀਆਂ ਦੇ ਬਹੁਤੇ ਆਗੂਆਂ ਦੇ ਮੂੰਹਾਂ ਦੇ ਵਿੱਚੋਂ ਨਿਕਲੀ ਜਿਹੜੀ ਆਵਾਜ਼ ਮੇਨ ਸਟ੍ਰੀਮ ਮੀਡੀਆ ਦੀ ਸੀ।
ਸੋ ਫਿਰ ਹੋਇਆ ਕੀ, ਇਹਦੇ ਨਾਲ ਕੀ ਹੋਇਆ ਕਿ ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਇੱਕ ਗੈਰ ਵਿਸ਼ਵਾਸੀ ਨੇ ਜਨਮ ਲਿਆ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ 40 ਸਾਲ ਦਾ ਤਜਰਬਾ, ਉਹ ਕਹਿਣ ਨੂੰ ਇਹ ਗੱਲਾਂ ਬਹੁਤ ਹੁੰਦੀਆਂ ਨੇ। ਮੈਂ ਆਰੰਭ ਦੇ ਵਿੱਚ ਵੀ ਕਿਹਾ ਸੀ ਕਿ ਯੂਨੀਅਨ ਦੇ ਵਿੱਚ 40 ਸਾਲ ਦਾ ਤਜਰਬਾ ਹੋਣਾ ਤੇ ਸਿਆਸੀ ਤਜਰਬਾ ਹੋਣਾ, ਇਹਦੇ ਵਿੱਚ ਬਹੁਤ ਫਰਕ ਹੈ। ਵੇਖੋ, ਸਿਆਸੀ ਤਜਰਬਾ ਤਾਂ ਇੰਨਾ ਹੈ ਕਿ ਤਕਰੀਬਨ ਜੇ ਮੈਂ ਕਹਾਂ 3-4 ਮਹੀਨੇ ਜਿਹੜਾ ਆਮ ਆਦਮੀ ਪਾਰਟੀ ਦੀਆਂ ਆਈਟੀ ਵਿੰਗ ਦੀਆਂ ਅਫਵਾਹਾਂ ਸੀ ਨਾ, ਉਹਨਾਂ ਨੇ ਇਹਨਾਂ ਨੂੰ ਭੰਬਲ ਭੂਸੇ 'ਚ ਪਾ ਛੱਡਿਆ ਕਿ ਰੋਜ਼ ਉਹਨਾਂ ਦੇ ਵੱਲੋਂ ਇੱਕ ਪੋਸਟਰ ਜਿਹੜਾ ਸੀ ਉਹ ਸੋਸ਼ਲ ਮੀਡੀਆ 'ਚ ਜਾਰੀ ਕੀਤਾ ਜਾਂਦਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਦਾ ਚਿਹਰਾ ਹੋਣਗੇ ਰਾਜੇਵਾਲ। ਔਰ ਉਸ ਸੀਐਮ ਦਾ ਚਿਹਰਾ ਬਣਨ ਦੇ ਵਿੱਚ ਹੀ ਸਾਡੇ ਕਿਸਾਨ ਲੀਡਰ ਇੰਨਾ ਲੰਬਾ ਸਮਾਂ ਤੇ ਇੰਨੇ ਮਹੀਨੇ ਗਵਾਚੇ ਰਹੇ। ਬੇਸ਼ੱਕ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹੀ, ਬਹੁਤ ਕੁਝ ਮੀਡੀਆ 'ਚ ਆ ਚੁੱਕਾ ਹੈ। ਮੇਰਾ ਕਹਿਣ ਤੋਂ ਭਾਵ ਸੀ ਕਿ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਨੇ ਹੀ ਇਹਨਾਂ ਨੂੰ ਇੰਨਾ ਘੁਮਾ ਛੱਡਿਆ, ਤਾਂ ਇਹ ਫਿਰ ਕਿਹੜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੀ ਗੱਲ ਕਰ ਦੇਗੀ। ਸੋ ਇਸ ਸਾਰੇ ਵਰਤਾਰੇ ਨੂੰ ਬਹੁਤ ਹੀ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਦੂਸਰੀ ਗੱਲ, ਜਿਹੜਾ ਪੰਜਾਬ ਦਾ ਵੋਟ ਬੈਂਕ ਹੈ, ਇਹਦੇ ਵਿੱਚ ਇੱਕ ਖਾਸ ਪੰਥਕ ਧਿਰ ਵੀ ਹੈ। ਉਹ ਪੰਥਕ ਧਿਰ ਹੈ, ਬੇਸ਼ੱਕ ਅਸੀਂ ਕਹਿੰਦੇ ਕਿ ਉਹ ਪੰਜਾਬ ਦੇ ਵੋਟਰਾਂ ਦਾ ਇੱਕ ਖਿੰਡਰਿਆ ਹੋਇਆ ਰੂਪ ਹੈ, ਉਹਦੇ 'ਚ ਇੱਕ ਸਕੈਟਰਿੰਗ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਜਿਹੜੀ ਪੰਥਕ ਧਿਰ ਹੈ, ਪੰਥਕ ਵਿਚਾਰਧਾਰਾ ਦੇ ਉੱਪਰ ਹੋਏ ਹਮਲੇ ਦੇ ਪ੍ਰਤੀ ਰੂਪ ਦੇ ਵਿੱਚ ਇਕੱਠੀ ਜ਼ਰੂਰ ਹੋ ਜਾਂਦੀ ਹੈ। ਆਪਸ ਦੇ ਵਿੱਚ ਲੱਖ ਵਖਰੇਵੇਂ ਹੋ ਜਾਂਦੇ ਨੇ। ਹੁਣ ਜਦੋਂ ਰਾਜੇਵਾਲ ਸਾਹਿਬ ਆਪਣੇ ਕਹਿ ਸਕਦੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਛੋਟੇ-ਛੋਟੇ ਲੇਖ ਲਿਖ ਕੇ ਵੋਟਾਂ ਲੈਣ ਦੇ ਵਾਸਤੇ ਕਹਿੰਦੇ ਨੇ ਪੱਗਾਂ ਦਾੜੀਆਂ ਦੀ ਰੱਖੋ, ਲਾਜ ਜਾਰੋ, ਜਾਂ ਹੁਣ ਜਦੋਂ ਖੁਦ ਮੁਖਤਿਆਰੀ ਤੇ ਫੈਡਰਲ ਢਾਂਚੇ ਦੀ ਗੱਲ ਕਰਦੇ ਨੇ, ਉਸ ਸਮੇਂ ਫਿਰ ਕਿਤੇ ਨਾ ਕਿਤੇ ਇਹ ਸਵਾਲ ਜਨਮ ਜ਼ਰੂਰ ਲੈਂਦਾ ਹੈ ਕਿ ਜਿਹੜੇ ਪੱਗਾਂ ਦਾੜੀਆਂ ਦੀ ਲਾਜ ਉਸ ਸੰਘਰਸ਼ ਦੇ ਦੌਰਾਨ ਰੱਖਣ ਦੀ ਗੱਲ ਕਰਦੇ ਸੀ, ਜਿਹੜੇ ਉਸ ਵੇਲੇ ਫੈਡਰਲ ਸਟਰਕਚਰ ਦੀ ਗੱਲ ਕਰਦੇ ਸੀ, ਜਿਹੜੇ ਉਸ ਵੇਲੇ ਵੀਰ ਸਾਡੇ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਸੀ, ਉਸ ਵੇਲੇ ਉਹਨਾਂ ਨੂੰ ਗਦਾਰ, ਏਜੰਸੀਆਂ ਦੇ ਬੰਦੇ, ਸੰਘਰਸ਼ ਖਰਾਬ ਕਰਨ ਵਾਲੇ, ਉਹ ਸਭ ਕੁਝ ਹੀ ਕਹਿ ਦਿੱਤਾ ਗਿਆ। ਤੇ ਹੁਣ ਜਦੋਂ ਆਪ ਇਸੇ ਹੀ ਵੋਟ ਤੰਤਰ ਦੇ ਵਿੱਚ ਆ ਕੇ ਅਹੁਦਿਆਂ ਦੀ ਗੱਲ ਆਈ ਹੈ, ਅਜੇ ਮਿਲੇ ਨਹੀਂ, ਅਜੇ ਅਹੁਦਿਆਂ ਦੇ ਪ੍ਰਤੀ ਇੱਕ ਵੋਟ ਤੰਤਰ ਦੇ ਵਿੱਚ ਲੜਾਈ ਦੀ ਗੱਲ ਆਈ ਹੈ, ਉਦੋਂ ਐਮਐਸਪੀ ਦੇ ਮਸਲੇ ਵੀ ਹੁਣ ਖਤਮ ਹੁੰਦੇ ਨਜ਼ਰ ਆ ਰਹੇ ਨੇ। ਉੱਥੇ ਵੀ ਇੱਕ ਦੋਗਲੀ ਜੀ ਨੀਤੀ ਲੱਗ ਰਹੀ ਹੈ। ਉੱਥੇ ਹੁਣ ਜਿਹੜਾ ਲਖੀਮਪੁਰ ਖੀਰੀ ਦਾ ਕਤਲੇਆਮ ਹੈ, ਉਹਦਾ ਇਨਸਾਫ ਵੀ ਜਿਹੜਾ ਉਹ ਭੁੱਲ ਚੁੱਕਾ ਹੈ। ਤੇ ਹੁਣ ਤਾਂ ਹੋਰ ਹੁਣ ਪੰਜਾਬ ਦੀ ਖੇਤੀ ਨੂੰ ਨਾਨਕਸ਼ਾਹੀ ਖੇਤੀ ਸ਼ਬਦ ਦੇ ਨਾਲ ਸੰਬੋਧਿਤ ਕੀਤਾ ਜਾ ਰਿਹਾ। ਸੋ ਸਭ ਤੋਂ ਅਹਿਮ ਗੱਲ ਹੈ ਕਿ ਚੋਣਾਂ ਲੜੋ। ਮੈਂ ਕਿਸਾਨ ਆਗੂਆਂ ਦੇ ਚੋਣਾਂ ਲੜਨ ਦੇ ਵਿੱਚ ਵਿਰੋਧ ਚ ਨਹੀਂ ਹੈ, ਪਰ ਆਪਣੀ ਰਾਜਨੀਤਿਕ ਸੂਝ ਦਾ ਵਿਖਾਵਾ ਤਾਂ ਕਰੋ। ਕਿਤੇ ਨਾ ਕਿਤੇ ਮੈਂ ਇਹ ਕਹਿਣਾ ਚਾਹਾਂ ਕਿ ਤੁਸੀਂ ਜਿਸ ਪੰਥਕ ਵਿਚਾਰਧਾਰਾ ਦੇ ਜਿਹੜੇ ਖਾਸ ਪ੍ਰਤੀਕ ਸੀ, ਉਹਨਾਂ ਰੂਪਾਂ ਨੂੰ ਤੁਸੀਂ ਉਸ ਸੰਘਰਸ਼ ਦੇ ਵਿੱਚ ਰੱਜ ਕੇ ਭੰਡਣ ਦਾ ਯਤਨ ਕੀਤਾ, ਤੇ ਹੁਣ ਜਦੋਂ ਤੁਹਾਨੂੰ ਆਪ ਵੋਟਾਂ ਚਾਹੀਦੀਆਂ ਨੇ ਤਾਂ ਤੁਸੀਂ ਉਹਨਾਂ ਹੀ ਪ੍ਰਤੀਕਾਂ ਦੀ, ਉਹਨਾਂ ਹੀ ਪੰਥ ਦੀਆਂ ਪੁਰਾਣੀਆਂ ਕਹਿ ਰਹੇ ਹੋ ਕਿ ਚੱਲ ਰਹੀਆਂ ਪਰੰਪਰਾਵਾਂ ਦੀ, ਜਾਂ ਫਿਰ ਪੰਥ ਦੇ ਮੁੱਦਿਆਂ ਦੀ ਗੱਲ ਤੁਸੀਂ ਕਰ ਰਹੇ ਹੋ। ਤੇ ਹੁਣ ਜਦੋਂ ਤੁਸੀਂ ਇਸ ਫੈਡਰਲ ਸਟਰਕਚਰ ਦੀ ਗੱਲ ਕਰੋਗੇ, ਹੁਣ ਜਦੋਂ ਤੁਸੀਂ ਰਾਜਾਂ ਦੀ ਖੁਦ ਮੁਖਤਿਆਰੀ ਦੀ ਗੱਲ ਕਰੋਗੇ, ਤਾਂ ਕੀ ਇਹ ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਨਹੀਂ ਹੈ? ਜਦੋਂ ਹੁਣ ਤੁਸੀਂ ਐਮਐਸਪੀ ਦੀ ਗੱਲ ਕਰੋਗੇ, ਤੇ ਕੀ ਇਹ ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਨਹੀਂ ਹੈ? ਹੁਣ ਜਦੋਂ ਤੁਸੀਂ ਰਾਜ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਕਰਨ ਦੀ ਗੱਲ ਕਰੋਗੇ, ਤਾਂ ਇਹ ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਨਹੀਂ ਹੈ। ਪਰ ਸੰਘਰਸ਼ ਦੇ ਦੌਰਾਨ ਆਨੰਦਪੁਰ ਸਾਹਿਬ ਦੇ ਮਤੇ ਤੋਂ ਤੁਹਾਨੂੰ ਬਹੁਤ ਅਲਰਜੀ ਸੀ। ਸੋ ਮੈਂ ਇਹਨਾਂ ਕਿਸਾਨ ਲੀਡਰਾਂ ਨੂੰ ਸਤਿਕਾਰ ਸਹਿਤ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੰਘਰਸ਼ ਅਜੇ ਪੂਰੇ ਰੂਪ ਦੇ ਵਿੱਚ ਜਿੱਤਿਆ ਨਹੀਂ ਗਿਆ। ਅਜੇ ਹੋ ਸਕਦਾ ਹੈ ਇਸੇ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕਰਨਾ ਪਵੇ, ਪਰ ਜੇਕਰ ਦੁਬਾਰਾ ਸੰਘਰਸ਼ ਨੂੰ ਸ਼ੁਰੂ ਕਰਨਾ ਹੈ ਤਾਂ ਲੋਕਾਂ ਦੇ ਵਿੱਚ ਸਭ ਤੋਂ ਵੱਧ ਆਪਣੀ ਸਾਖ ਨੂੰ ਬਚਾਉਣ ਦਾ ਯਤਨ ਕਰੋ ਕਿ ਇਹ ਨਾ ਹੋਵੇ ਕਿ ਸੰਘਰਸ਼ ਦੇ ਵਿੱਚੋਂ ਜਿਸ ਤਰ੍ਹਾਂ ਪੰਜਾਬ ਨੇ ਇੱਕ ਵੱਡੀ ਕਿਸਾਨ ਲੀਡਰਸ਼ਿਪ ਨੂੰ ਉਭਾਰਿਆ, ਉਹ ਕਿਸਾਨ ਲੀਡਰਸ਼ਿਪ ਜਿਹੜੀ ਉੱਭਰੀ ਹੋਈ ਹੈ ਉਹ ਵੋਟ ਤੰਤਰ ਦੇ ਵਿੱਚ ਆ ਕੇ ਗਰਕ ਹੋਵੇ। ਇਸ ਤਰ੍ਹਾਂ ਦੇ ਨਾਲ ਕੋਈ ਜਿਹੜਾ ਮਾਹੌਲ ਆ ਨਾ ਸਿਰਜੋ। ਕੋਸ਼ਿਸ਼ ਕਰੋ ਕਿ ਜੇਕਰ ਅੱਜ ਵੋਟਾਂ ਦੇ ਵੇਲੇ ਪੰਥ ਦੇ ਤੇ ਪੰਜਾਬ ਦੇ ਅਹਿਮ ਤੇ ਸੰਜੀਦਾ ਮੁੱਦੇ ਤੁਹਾਡੀ ਮਾਨਸਿਕਤਾ ਦੇ ਵਿੱਚ ਆਏ ਨੇ, ਤਾਂ ਕੋਸ਼ਿਸ਼ ਕਰੋ ਕਿ ਜੇਕਰ ਫਿਰ ਵੀ ਸੰਘਰਸ਼ ਲੜਨਾ ਪਵੇ ਤਾਂ ਇਹ ਮੁੱਦੇ ਤੁਹਾਡੀ ਮਾਨਸਿਕਤਾ ਦੇ ਵਿੱਚ ਹੋਣ। ਤੇ ਜਿਹੜੇ ਨੌਜਵਾਨ ਵੀਰਾਂ ਨੂੰ ਤੁਸੀਂ ਗਦਾਰ ਤੇ ਏਜੰਸੀਆਂ ਦੇ ਬੰਦੇ ਕਹਿ ਕੇ ਆਪਣੇ ਤੋਂ ਪਿੱਛੇ ਕੀਤਾ, ਉਹਨਾਂ ਦਾ ਦੋਸ਼ ਕੀ ਸੀ ਕਿ ਜਿਹੜੇ ਮੁੱਦਿਆਂ ਦੀ ਤੁਸੀਂ ਅੱਜ ਗੱਲ ਕਰ ਰਹੇ ਹੋ ਉਹ ਉਸ ਵਕਤ ਕਰਦੇ ਸੀ। ਉਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਇਹਦੇ ਵਿੱਚੋਂ ਰਾਜਸੀ ਅਹੁਦੇ ਲੈਣ ਆਏ ਨੇ, ਅੱਜ ਤੁਸੀਂ ਰਾਜਸੀ ਅਹੁਦਿਆਂ ਵਾਸਤੇ ਤੁਰੇ ਫਿਰਦੇ ਹੋ। ਸੋ ਕਿਤੇ ਨਾ ਕਿਤੇ ਇਹ ਸਾਰੇ ਵਰਤਾਰੇ ਨੂੰ ਸਮਝਣ ਦਾ ਯਤਨ ਕਰੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।